ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 148ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਆਪਣੇ ਲੋਭ ਕਿਉ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਐਸਾ ਮੀਤ ਕਰੋ ਸਭ ਕੋਈ, ਜਾਤੇ ਬਿਰਥਾ ਕੋਇ ਨ ਹੋਈ ਰਹਾਓ। ਆਪਣੇ ਸੁਆਏ ਹਿਰਦੇ ਲੈ ਧਾਰਿਆ, ਦੁੱਖ ਦਰਦ ਰੋਗ ਸਗਲ ਬਿਦਾਰਿਆ। ਰਸਨਾ ਗੀਦੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਅਨੇਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਰਸਨਾ ਗੀਦੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ। ਅਨੇਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਕਿਸੇ ਵੀ ਕੰਮ ਵਾਸਤੇ, ਭਾਵੇਂ ਆਪਣੀ ਲਾਲਚ ਵਾਸਤੇ ਹੀ, ਪਰਮਾਤਮਾ ਨੂੰ ਆਪਣਾ ਮਿੱਤਰ ਬਣਾਉਣਾ ਚਾਹੀਦਾ ਹੈ ਜੀ। ਕਿਉਂਕਿ ਬਾਕੀ ਤਾਂ ਆਪਣੇ ਸਵਾਰਥ ਕਰਕੇ ਹੀ ਮਿੱਤਰਤਾ ਪਾਉਂਦੇ ਹਨ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ, ਗੁਰਮੁਖੋ ਅਸੀਂ ਆਪਣੇ ਲਾਲਚਾਂ ਵਾਸਤੇ ਪਰਮੇਸ਼ਰ ਰੂਪ ਗੋਬਿੰਦ ਨੂੰ ਆਪਣਾ ਮਿੱਤਰ ਬਣਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਪਰਮੇਸ਼ਰ ਨੇ ਸਾਨੂੰ ਸਾਰੇ ਮਨੋਰਥ ਅਤੇ ਮੁਕਤੀਆਂ ਦਾ ਸਥਾਨ ਬਖਸ਼ਿਸ਼ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਸਾਨੂੰ ਇਹੋ ਜਿਹਾ ਮਿੱਤਰ ਬਣਾਉਣਾ ਚਾਹੀਦਾ ਹੈ ਜੀ, ਜਿਸ ਤੋਂ ਬਿਨਾਂ ਕੋਈ ਜੀਵ ਖਾਲੀ ਨਹੀਂ ਹੈ ਜੀ। ਭਾਵ ਉਹ ਪਰਮੇਸ਼ਰ ਹਰ ਇੱਕ ਦੇ ਵਿੱਚ ਵਿਆਪ ਰਿਹਾ ਹੈ ਜੀ, ਅਤੇ ਸਾਨੂੰ ਉਸ ਨੂੰ ਮਿੱਤਰ ਬਣਾਉਣਾ ਚਾਹੀਦਾ ਹੈ ਜੀ, ਕਿਉਂਕਿ ਅਸਲੀ ਮਿੱਤਰ ਉਹ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਅਸੀਂ ਆਪਣੇ ਸਵਾਰਥਾਂ ਲਈ ਪਰਮੇਸ਼ਰ ਰੂਪ ਹਰੀ ਮਿੱਤਰ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੋਇਆ ਹੈ ਜੀ, ਅਤੇ ਉਸ ਪਰਮੇਸ਼ਰ ਨੇ ਸਾਡੇ ਦੁੱਖ ਦਰਦ ਕਲੇਸ਼ ਅਤੇ ਸਾਡੇ ਸਾਰੇ ਰੋਗ ਦੂਰ ਕਰ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਡੀ ਰਸਨਾ ਵੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਰਾਮ ਰਾਮ ਬੋਲਦੀ ਹੈ ਜੀ, ਅਤੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਹੀ ਗਿੱਧੀ ਹੈ ਜੀ। ਭਾਵ ਆਦਤ ਪੈ ਗਈ ਹੈ ਜੀ, ਗਿੱਝ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਸਦਕਾ ਸਾਡੇ ਸਾਰੇ ਕੰਮ ਪੂਰਨ ਹੋਏ ਗਏ ਹਨ ਜੀ, ਕਿਉਂਕਿ ਅਸੀਂ ਉਸ ਸੱਚੇ ਪਰਮੇਸ਼ਰ ਨਾਲ ਮਿੱਤਰਤਾ ਕੀਤੀ ਹੈ ਜੀ, ਜੋ ਕਿ ਕਿਸੇ ਵਾਸਤੇ ਕੋਈ ਸਵਾਰਥ ਨਹੀਂ ਰੱਖਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਸਾਡਾ ਪਰਮੇਸ਼ਰ ਰੂਪ ਗੋਬਿੰਦ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਮਾਲਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦਾ ਦਰਸ਼ਨ ਸਦਾ ਹੀ ਫਲ ਸਰੂਪ, ਫਲ ਦੇਣ ਵਾਲਾ ਅਤੇ ਸਫਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੇ ਪਰਮੇਸ਼ਰ ਰੂਪ ਮਿੱਤਰ ਤੋਂ ਮੈਂ ਅਨੇਕਾਂ ਵਾਰੀ ਸਦਕੇ ਬਲਿਹਾਰੇ ਜਾਂਦਾ ਹਾਂ ਜੀ। ਆਓ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਸ ਸੰਸਾਰ ਵਿੱਚ ਅਸੀਂ ਬਹੁਤ ਮਿੱਤਰ ਬਣਾਉਂਦੇ ਹਾਂ ਜੀ, ਪਰ ਉਹ ਸਾਰੇ ਦੇ ਸਾਰੇ ਮਿੱਤਰ ਸਾਡੇ ਨਾਲ ਅਸੀਂ ਵੀ ਕਿਸੇ ਨਾ ਕਿਸੇ ਸਵਾਰਥ ਕਰਕੇ ਜੁੜੇ ਹੋਏ ਹਾਂ ਜੀ। ਫਿਰ ਗੁਰੂ ਜੀ ਦੱਸਦੇ ਹਨ, ਹਰ ਇੱਕ ਮਨੁੱਖ ਕਿਸੇ ਨਾ ਕਿਸੇ ਚੀਜ਼ ਦਾ ਲੋੜਵੰਦ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਨੂੰ ਆਪਣੀਆਂ ਲੋੜਾਂ ਦੀਆਂ ਪੂਰਤੀਆਂ ਵਾਸਤੇ ਕਈ ਤਰ੍ਹਾਂ ਦੇ ਹੀਲੇ, ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ ਜੀ।
ਕਿਸੇ ਹੋਰਨਾਂ ਨੂੰ ਨਾਲ ਮਿੱਤਰਤਾ ਪਾਉਣ ਦੀਆਂ। ਫਿਰ ਗੁਰੂ ਜੀ ਕਹਿੰਦੇ ਹਨ ਆਪਣੀ ਪੂਰਤੀ ਲਈ ਕਦੀ ਵੀ ਕੋਈ ਭਰੋਸਾ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਗੁਰੂ ਸਾਹਿਬ ਸਾਨੂੰ ਇਸ ਸ਼ਬਦ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਗੋਬਿੰਦ ਨਾਲ ਮਿੱਤਰਤਾ ਪਾਉਣ ਦੀ ਪ੍ਰੇਰਨਾ ਦੇ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਦੀ ਮਿਹਰ ਕਿਰਪਾ ਤੋਂ ਬਿਨਾਂ ਕੋਈ ਵੀ ਮਨੁੱਖ ਖਾਲੀ ਨਹੀਂ ਹੈ ਜੀ। ਭਾਵ ਉਹ ਸਾਰਿਆਂ ਦੇ ਅੰਦਰ ਵਿਆਪਕ ਹੈ ਜੀ। ਲੋੜ ਹੈ ਤੇ ਸਿਰਫ ਪਹਿਚਾਨਣ ਦੀ ਜੀ, ਜੋ ਕਿ ਗੁਰਸ਼ਬਦ ਗੁਰਬਾਣੀ ਨਾਮ ਨੂੰ ਦੁਆਰਾ ਅਪਣਾਇਆ ਇਹ ਸੋਝੀ ਹੋ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਮਨੁੱਖ ਆਪਣੀ ਮਤਲਬਾਂ ਕਰਕੇ ਕਿਸੇ ਨਾ ਕਿਸੇ ਨਾਲ ਦੋਸਤੀ ਮਿੱਤਰਤਾ ਬਣਾਉਂਦੇ ਹਨ ਜੀ, ਉਹਨਾਂ ਦੇ ਸਵਾਰਥ ਖਾਲੀ ਹੀ ਹਨ ਜੀ। ਉਹ ਤੇ ਸਵਾਰਥ ਹੀ ਪੂਰੇ ਕਰਨ ਵਾਲੀ ਗੱਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਰੂਪ ਗੋਬਿੰਦ ਨਾਲ ਮਿੱਤਰਤਾ ਪਾਉਣੀ ਚਾਹੀਦੀ ਹੈ ਜੀ, ਜਿਸ ਦੇ ਫਲ ਸਰੂਪ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਮਨੁੱਖ ਪਰਮੇਸ਼ਰ ਰੂਪ ਹਰੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰਮਤ ਰੂਪ ਮਿੱਤਰ ਬਣਾ ਲੈਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਆ ਉਹਨਾਂ ਨੂੰ ਕਿਸੇ ਚੀਜ਼ਾਂ ਦੀਆਂ ਵਸਤੂਆਂ ਦੀਆਂ ਕਮੀਆਂ ਨਹੀਂ ਰਹਿੰਦੀਆਂ ਜੀ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 186 ਪੇਜ 'ਤੇ ਗੁਰੂ ਜੀ ਸਾਨੂੰ ਦੱਸਦੇ ਹਨ ਇਹਨਾਂ ਪੰਕਤੀਆਂ ਵਿੱਚ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕਿਉ ਕਹੋ ਕਾਕੀ ਕਮੀਆਂ। ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾਕੀ ਕਮੀਆਂ। ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।